ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੁਗ ਜੁਗ ਅਟਲ ਚਵਰ ਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਸਰਬ ਕਲਾ ਸਮਰੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਲੜੀਵਾਰ ਉਚਾਰ ਆਰੰਭ ਕੀਤੀ ਹੋਈ ਹੈ, ਉਸ ਦੇ ਆਪਾਂ 221 ਅੰਗ ਤੱਕ ਵਿਚਾਰ ਕਰ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਬਖਸ਼ਿਸ਼ ਸਦਕਾ ਅੱਜ ਆਪਾਂ 222 ਅੰਗ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਬਲ ਬਖਸ਼ਣ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਹ ਵਿਚਾਰ ਕਰਾਉਣ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 222 ਅੰਗ 'ਤੇ ਕੀ ਸਮਝਾ ਰਹੇ ਨੇ। ਤਨ ਮਨ ਸੁਚੈ ਸਾਚ ਸੋ ਚੀਤ, ਪਵਿੱਤਰ ਸਰੀਰ ਨਾਲ ਪਵਿੱਤਰ ਮਨ ਨਾਲ ਪਿਆਰ ਵਿੱਚ ਜੁੜ ਕੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਨਾਨਕ ਹਰ ਭਜ ਨੀਤ ਨੀਤਾ ਨੀਤ, ਹੇ ਨਾਨਕ ਤੂੰ ਵੀ ਇਸੇ ਤਰ੍ਹਾਂ ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ। ਗੌੜੀ ਗਰੇਰੀ ਮਹੱਲਾ ਪਹਿਲਾ। ਗੌੜੀ ਗਰੇਰੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ। ਨਾ ਮਨ ਮਰੇ ਨਾ ਕਾਰਜ ਹੋਏ, ਉਤਨਾ ਚਿਰ ਮਨ ਤ੍ਰਿਸ਼ਨਾ ਵੱਲੋਂ ਮਰਦਾ ਨਹੀਂ, ਉਤਨਾ ਚਿਰ ਪਰਮਾਤਮਾ ਨਾਲ ਇਹ ਇੱਕ ਰੂਪ ਹੋਣ ਦਾ ਜਨਮ ਮਨੋਰਥ ਵੀ ਸਿਰੇ ਨਹੀਂ ਚੜ੍ਹਦਾ। ਮਨ ਵਸ ਦੂਤਾ ਦੁਰਮਤ ਦੋਏ, ਜਿਤਨਾ ਚਿਰ ਮਨੁੱਖ ਦਾ ਮਨ ਕਾਮਦਕ ਵਿਕਾਰਾਂ ਦੇ ਵਸ ਵਿੱਚ ਹੈ, ਕੋਝੀ ਮਤ ਦੇ ਅਧੀਨ ਹੈ ਅਤੇ ਮੇਰ ਤੇਰ 'ਤੇ ਕਾਬੂ ਵਿੱਚ ਹੈ। ਮਨ ਮਾਨੈ ਗੁਰ ਤੇ ਇੱਕ ਹੋਏ, ਜਦੋਂ ਗੁਰੂ ਦੇ ਤੋਂ ਸਿੱਖਿਆ ਲੈ ਕੇ ਮਨੁੱਖ ਦਾ ਮਨ ਸਿਫਤ ਸਲਾਹ ਵਿੱਚ ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ। ਨਿਰਗੁਣ ਰਾਮ ਗੁਣੇ ਵਸ ਹੋਏ, ਪਰਮਾਤਮਾ ਮਾਇਆ ਦੇ 3 ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦੇ ਵਸ ਵਿੱਚ ਹੈ। ਭਾਵ ਜੋ ਮਨੁੱਖ ਉੱਚੇ ਆਤਮਿਕ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ। ਆਪ ਨਿਵਾਰ ਵਿਚਾਰੈ ਸੋਏ ਰਹਾਓ, ਜਿਹੜੇ ਮਨੁੱਖ ਆਪਾ ਭਾਵ ਦੂਰ ਕਰ ਲੈਂਦਾ ਹੈ, ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਰਹਾਓ ਰੁਕ ਜਾਣਾ। ਮਨ ਭੂਲੋ ਬਹੁ ਚਿੱਤੈ ਵਿਕਾਰ, ਮਾਇਆ ਵਸ ਹੋ ਕੇ ਜਿਤਨਾ ਚਿਰ ਮਨ ਕਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਚਿਤਵਦਾ ਰਹਿੰਦਾ ਹੈ। ਭਾਵ ਉਸ ਦੇ ਮਨ ਵਿੱਚ ਵਿਕਾਰ ਹੀ ਰਹਿੰਦੇ ਹਨ। ਮਨ ਭੂਲੋ ਸਿਰ ਆਵੈ ਭਾਰ, ਜਿਤਨਾ ਚਿਰ ਮਨ ਕਰਾਹੇ ਪਿਆ ਰਹਿੰਦਾ ਹੈ, ਮਨੁੱਖ ਦੇ ਸਿਰ ਉੱਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ। ਮਨ ਮਾਨੈ ਹਰ ਏਕੰਕਾਰ, ਜਦੋਂ ਗੁਰੂ ਦੀ ਤੋਂ ਸਿੱਖਿਆ ਲੈ ਕੇ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਪਰਚਦਾ ਹੈ, ਲੱਗ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ ਸੁਰ ਹੋ ਜਾਂਦਾ ਹੈ। ਮਨ ਭੂਲੋ ਮਾਇਆ ਕਰ ਜਾਏ, ਮਾਇਆ ਦੇ ਅਸਰ ਹੇਠ ਆ ਕੇ ਕਰਾਹੇ ਪਿਆ ਮਨ ਮਾਇਆ ਦੇ ਘਰ ਵਿੱਚ ਮੁੜ ਮੁੜ ਜਾਂਦਾ ਹੈ। ਕਾਮ ਬਰੂਧੋ ਰਹੇ ਨਾ ਠਾਏ, ਕਾਮ ਵਾਸ਼ਨਾ ਵਿੱਚ ਫਸਿਆ ਹੋਇਆ ਮਨ ਟਿਕਾਣੇ ਸਿਰ ਨਹੀਂ ਰਹਿੰਦਾ। ਹਰ ਭਜ ਪ੍ਰਾਣੀ ਰਸਨ ਰਸਾਏ, ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਹੇ ਪ੍ਰਾਣੀ ਆਪਣੀ ਜੀਵ ਨੂੰ ਅੰਮ੍ਰਿਤ ਰਸ ਵਿੱਚ ਰਸਾ ਕੇ ਪਰਮਾਤਮਾ ਦਾ ਭਜਨ ਕਰ। ਗੈਵਰ ਹੈਵਰ ਕੰਚਨ ਸੁਤ ਨਾਰੀ, ਵਧੀਆ ਹਾਥੀ ਵਧੀਆ ਘੋੜੇ ਸੋਨਾ ਪੁੱਤਰ ਇਸਤਰੀ, ਇਹਨਾਂ ਦਾ ਮੋਹ ਜੂਏ ਦੀ ਖੇਡ ਹੈ। ਬਹੁ ਚਿੰਤਾ ਪਿੜ ਚਾਲੈ ਹਾਰੀ, ਪੁੱਤਰ ਇਸਤਰੀ ਆਦਿਕ ਦੇ ਮੋਹ ਦੇ ਕਾਰਨ ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ ਤੇ ਆਖਿਰ ਇਸ ਜਗਤ ਅਖਾੜੇ ਤੋਂ ਮਨੁੱਖ ਬਾਜੀ ਹਾਰ ਕੇ ਜਾਂਦਾ ਹੈ। ਜੂਏ ਖੇਲਣ ਕਾਚੀ ਸਾਰੀ, ਜਿਵੇਂ ਜੂਏ ਦੀ ਖੇਡ ਚੌਪੜ ਦੀਆਂ ਕੱਚੀਆਂ
ਨਰਦਾਂ ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਸੰਪੋ ਸੰਚੀ ਭਏ ਵਿਕਾਰ, ਜਿਉਂ-ਜਿਉਂ ਮਨੁੱਖ ਧਨ ਜੋੜਦਾ ਹੈ, ਮਨ ਵਿੱਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ। ਹਰਖ ਸੋਖ ਉੱਭੈ ਦਰਬਾਰ, ਕਦੇ ਖੁਸ਼ੀ ਕਦੇ ਚਿੰਤਾ, ਇਹ ਖੁਸ਼ੀ ਤੇ ਸਹਿਮ ਸਦਾ ਮਨੁੱਖ ਦੇ ਬੂਹੇ ਉੱਤੇ ਖਲੋਤੇ ਹੀ ਰਹਿੰਦੇ ਹਨ। ਸੁਖ ਸਹਿਜੇ ਜਪ ਰਿੱਧੇ ਮੁਰਾਰ, ਪਰ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ। ਨਦਰ ਕਰੇ ਟਿਕ ਜਾਂਦਾ ਹੈ ਤੇ ਆਨੰਦ ਪ੍ਰਾਪਤ ਕਰਦਾ ਹੈ, ਆਨੰਦ ਮਾਣਦਾ ਹੈ। ਨਦਰ ਕਰੇ ਤਾਂ ਮੇਲ ਮਿਲਾਏ, ਪਰ ਜੀਵ ਦੇ ਕੀ ਵੱਸ ਹੈ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ, ਜਦੋਂ ਪਰਮਾਤਮਾ ਫੇਰ ਦੀ ਨਦਰ ਕਰਦਾ ਹੈ ਤਦ ਗੁਰੂ ਇਸ ਨੂੰ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਭੂ ਚਰਨਾਂ ਨਾਲ ਮਿਲਾ ਦਿੰਦਾ ਹੈ। ਜੀਵ ਦੇ ਵੱਸ ਕੁਛ ਨਹੀਂ, ਗੁਰੂ ਸਾਹਿਬ ਜੀ ਆਪ ਨਦਰ ਕਰਕੇ ਬਖਸ਼ਿਸ਼ ਕਰਕੇ ਉਸ ਨੂੰ ਜੋੜ ਲੈਂਦੇ ਨੇ। ਜਿਸ 'ਤੇ ਗੁਰੂ ਸਾਹਿਬ ਜੀ ਨਦਰ ਕਰਦੇ ਨੇ ਉਹੀ ਇਸ ਪ੍ਰਭੂ ਚਰਨਾਂ ਵਿੱਚ ਗੁਰੂ ਦੇ ਨਾਮ ਵਿੱਚ ਜੁੜ ਕੇ ਸਿਫਤ ਸਲਾਹ ਕਰਦਾ ਹੈ, ਗੁਰੂ ਦੀ ਮੱਤ 'ਤੇ ਚੱਲਦਾ ਹੈ। ਗੁਰ ਸਗਰਹਿ ਔਗਣ ਸ਼ਬਦ ਜਲਾਏ, ਗੁਰੂ ਦੇ ਸਨਮੁਖ ਹੋ ਕੇ ਜੀਵ ਆਤਮਕ ਗੁਣ ਆਪਣੇ ਅੰਦਰ ਇਕੱਠੇ ਕਰਕੇ ਗੁਰ ਸ਼ਬਦ ਦੇ ਰਾਹੀਂ ਆਪਣੇ ਅੰਦਰੋਂ ਔਗਣ ਸਾੜ ਦਿੰਦਾ ਹੈ। ਗੁਰਮੁਖ ਨਾਦ ਪਦਾਰਥ ਪਾਏ, ਗੁਰੂ ਦੇ ਸਨਮੁਖ ਹੋ ਕੇ ਮਨੁੱਖ ਨਾਮ ਧਨ ਲੱਭ ਲੈਂਦਾ ਹੈ। ਬਿਨ ਨਾਮੈ ਸਭ ਦੁਖ ਨਿਵਾਸ, ਪ੍ਰਭੂ ਦੇ ਨਾਮ ਵਿੱਚ ਜੁੜਨ ਤੋਂ ਬਿਨਾਂ ਮਨੁੱਖ ਦੇ ਮਨ ਵਿੱਚ ਸਾਰੇ ਦੁੱਖ ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ। ਮਨ ਮੁਖ ਮੂੜ ਮਾਇਆ ਚਿਤ ਵਾਸ, ਮੂਰਖ ਮਨਮੁਖ ਦੇ ਚਿੱਤ ਦਾ ਵਾਸਾ ਮਾਇਆ ਦੇ ਮੋਹ ਵਿੱਚ ਹੀ ਰਹਿੰਦਾ ਹੈ। ਗੁਰਮੁਖ ਗਿਆਨ ਧੁਰ ਕਰਮ ਲਿਖਾਸ, ਧੁਰੋਂ ਪਰਮਾਤਮਾ ਦੀ ਮਿਹਰ ਨਾਲ ਜਿਸ ਦੇ ਮੱਥੇ ਉੱਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਉਗੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਉਂਦਾ ਹੈ। ਮਨ ਚੰਚਲ ਧਾਵਤ ਫੁਨ ਧਾਵੈ, ਆਤਮਕ ਗੁਣਾਂ ਤੋਂ ਸਖਣਾ ਮਨ ਚੰਚਲ ਰਹਿੰਦਾ ਹੈ, ਮਾਇਆ ਦੇ ਪਿੱਛੇ ਦੌੜਦਾ ਹੈ, ਮੁੜ ਮੁੜ ਦੌੜਦਾ ਹੈ। ਸਾਚੇ ਸੂਚੇ ਮੈਲ ਨਾ ਭਾਵੈ, ਸਦਾ ਥਿਰ ਰਹਿਣ ਵਾਲੇ ਤੇ ਵਿਕਾਰਾਂ ਦੀ ਭਿੱਟ ਤੋਂ ਸੁੱਚੇ ਪਰਮਾਤਮਾ ਨੂੰ ਮਨੁੱਖ ਦੇ ਮਨ ਦੀ ਇਹ ਮੈਲ ਚੰਗੀ ਨਹੀਂ ਲੱਗਦੀ, ਇਸ ਵਾਸਤੇ ਇਹ ਪਰਮਾਤਮਾ ਤੋਂ ਵਿਛੜਿਆ ਰਹਿੰਦਾ ਹੈ। ਨਾਨਕ ਗੁਰਮੁਖ ਹਰ ਗੁਣ ਗਾਵੈ, ਹੇ ਨਾਨਕ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸ ਦਾ ਜਨਮ ਮਨੋਰਥ ਸਿਰੇ ਚੜ੍ਹ ਜਾਂਦਾ ਹੈ। ਗੌੜੀ ਗੁਰੇਰੀ ਮਹੱਲਾ ਪੰਜਵਾਂ। ਗੌੜੀ ਗੁਰੇਰੀ ਵਿੱਚ ਬਾਣੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ, ਇਸ ਵਿੱਚ ਆਪਾਂ ਨੂੰ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਹਨ। ਹਉਮੈ ਕਰਤਿਆ ਨਹਿ ਸੁਖ ਹੋਏ, ਆਪਣੇ ਮਨ ਦੀ ਅਗਵਾਈ ਵਿੱਚ ਰਹਿ ਕੇ ਹਰ ਵੇਲੇ ਆਪਣੇ ਹੀ ਵੱਡੇਪਣ ਤੇ ਸੁੱਖ ਦੀਆਂ ਗੱਲਾਂ ਕਰਦਿਆਂ ਸੁੱਖ ਨਹੀਂ ਮਿਲ ਸਕਦਾ। ਮਨ ਮਤ ਝੂਠੀ ਸਾਚਾ ਸੋਏ, ਮਨ ਦੀ ਸਿਆਣਪ ਨਾਸ਼ਵੰਤ ਪਦਾਰਥਾਂ ਵਿੱਚ ਜੋੜਦੀ ਹੈ। ਉਹ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ, ਉਹ ਤੇ ਸੁੱਖ ਦਾ ਸੋਮਾ ਹੈ। ਮਨ ਮਤ ਦੇ ਤੇ ਪਰਮਾਤਮਾ ਦੇ ਸੁਭਾਅ ਵੱਖ ਵੱਖ ਹੈ, ਦੋਵਾਂ ਦਾ ਮੇਲ ਨਹੀਂ। ਸਗਲ ਬਗੂਤੈ ਭਾਵੈ ਦੋਏ, ਸੁਖ ਕਿੱਥੋਂ ਆਵੈ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ ਜੀ, ਜਿਨ੍ਹਾਂ ਨੂੰ ਨਾਮ ਵਿਸਰ ਕੇ ਮੇਰ ਤੇਰ ਚੰਗੀ ਲੱਗਦੀ ਹੈ ਉਹ ਸਾਰੇ ਖੁਆਰ ਹੀ ਹੁੰਦੇ ਹਨ। ਸੋ ਕਮਾਵੈ ਧੁਰ ਲਿਖਿਆ ਹੋਏ, ਪਰ ਜੀਵ ਦੇ ਕੀ ਵੱਸ ਹੈ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ, ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉੱਤੇ ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ ਉਸੇ ਦੇ ਅਨੁਸਾਰ ਇੱਥੇ ਕਮਾਈ ਕਰਦਾ ਹੈ। ਨਾਮ ਸਿਮਰਨ ਛੱਡ ਕੇ ਨਾਸ਼ਵੰਤ ਪਦਾਰਥਾਂ ਵਿੱਚ ਸੁੱਖ ਭਾਲਦਾ ਹੈ ਤੇ ਵਿਅਰਥ ਯਤਨ ਕਰਦਾ ਹੈ। ਐਸਾ ਜਗ ਦੇਖਿਆ ਜੁਆਰੀ, ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ। ਸਭ ਸੁੱਖ ਮੰਗੈ ਨਾਮ ਵਿਸਾਰੀ ਰਹਾਉ, ਅਜਿਹੀ ਖੇਡ ਖੇਡਦਾ ਹੈ ਤੇ ਸੁੱਖ ਤਾਂ ਸਾਰੇ ਹੀ ਮੰਗਦਾ ਹੈ, ਪਰ ਜਿਸ ਨਾਮ ਤੋਂ ਸੁੱਖ ਮਿਲਦੇ ਹਨ ਉਹ ਨਾਮ ਨੂੰ ਵਿਸਾਰ ਰਿਹਾ ਹੈ।
ਰਹਾਉ ਰੁਕ ਜਾਣਾ। ਅਦ੍ਰਿਸ਼ਟ ਦਿਸੈ ਤਾਂ ਕਹਿਆ ਜਾਏ। ਪਰਮਾਤਮਾ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਜੇ ਅੱਖੀ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਉਸ ਦਾ ਨਾਮ ਲੈਣ ਨੂੰ ਚਿੱਤ ਕਰੇ। ਬਿਨ ਦੇਖੈ ਕਹਿਣਾ ਬਿਰਥਾ ਜਾਏ। ਅੱਖੀ ਦਿਸਣ ਤੋਂ ਬਿਨਾਂ ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ ਉਸ ਦਾ ਨਾਮ ਲਿਆ ਨਹੀਂ ਜਾ ਸਕਦਾ। ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਨਾਲ। ਗੁਰਮੁਖ ਦੀਸੈ ਸਹਿਜ ਸੁਭਾਏ। ਗੁਰੂ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲਤਾ ਵਿੱਚ ਟਿਕਦਾ ਹੈ, ਪ੍ਰਭੂ ਪ੍ਰੇਮ ਵਿੱਚ ਲੀਨ ਹੁੰਦਾ ਹੈ ਤੇ ਇਸ ਤਰ੍ਹਾਂ ਅੰਤਰ ਆਤਮੇ ਉਹ ਪ੍ਰਭੂ ਦਿਸ ਪੈਂਦਾ ਹੈ। ਸੇਵਾ ਸੁਰਤ ਏਕ ਲਿਵ ਲਾਏ। ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤ ਗੁਰੂ ਦੀ ਦੱਸੀ ਸੇਵਾ ਵਿੱਚ ਜੁੜਦੀ ਹੈ। ਉਸ ਦੀ ਲਿਵ ਇੱਕ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ। ਸੁਖ ਮੰਗਤ ਦੁਖ ਆਗਲ ਹੋਏ। ਪ੍ਰਭੂ ਦਾ ਨਾਮ ਵਿਸਾਰ ਕੇ ਸੁਖ ਮੰਗਿਆ ਸਗੋਂ ਦੁੱਖ ਬਹੁਤਾ ਦੁੱਖ ਵੱਧਦਾ ਹੈ। ਸਗਲ ਵਿਕਾਰੀ ਹਾਰ ਪਰੋਏ। ਕਿਉਂਕਿ ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈਂਦਾ ਹੈ। ਏਕ ਬਿਨਾ ਝੂਠੇ ਮੁਕਤ ਨਾ ਹੋਏ। ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁੱਖਾਂ ਤੇ ਵਿਕਾਰਾਂ ਤੋਂ ਖਲਾਸੀ ਹਾਸਲ ਨਹੀਂ ਹੁੰਦੀ। ਕਰ ਕਰ ਕਰਤਾ ਦੇਖੈ ਸੋਏ। ਪ੍ਰਭੂ ਦੀ ਇਉਂ ਹੀ ਰਜਾ ਹੈ। ਪ੍ਰਭੂ ਦੀ ਇੱਦਾਂ ਹੀ ਰਜਾ ਹੈ, ਇਉਂ ਹੀ ਰਜਾ ਹੈ ਕਿ ਉਹ ਕਰਤਾਰ ਆਪ ਹੀ ਸਭ ਕੁਝ ਕਰਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਉਂਦਾ ਹੈ। ਦੂਜਾ ਪਰਮ ਸਹਿਜ ਸੁਭਾਏ। ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਉਸ ਦੇ ਮਾਇਕ ਪਦਾਰਥਾਂ ਵੱਲ ਦੀ ਭਟਕਣਾ ਮੁੱਕ ਜਾਂਦੀ ਹੈ। ਗੁਰਮਤੀ ਨਾਮ ਹਿਰਦੇ ਵਸਾਏ। ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਸਾਚੀ ਬਾਣੀ ਹਰ ਗੁਣ ਗਾਏ। ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ। ਤਨ ਮਹਿ ਸਾਚੋ ਗੁਰਮੁਖ ਪਾਓ। ਇਉਂ ਤਾਂ ਹਰੇਕ ਸਰੀਰ ਵਿੱਚ ਸਦਾ ਥਿਰ ਪ੍ਰਭੂ ਵਸਦਾ ਹੈ, ਪਰ ਗੁਰੂ ਦੀ ਸ਼ਰਨ ਪਿਆ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ ਤੇ ਮਨੁੱਖ ਨਾਮ ਸਿਮਰਦਾ ਹੈ। ਨਾਮ ਬਿਨਾ ਨਾਹੀ ਨਿਜ ਠਾਉ। ਨਾਮ ਤੋਂ ਬਿਨਾਂ ਮਨ ਵਿੱਚ ਟਿਕਾਣੇ ਉੱਤੇ ਆ ਹੀ ਨਹੀਂ ਸਕਦਾ। ਨਾਮ ਤੋਂ ਬਿਨਾਂ ਮਨ ਇੱਕ ਟਿਕਾਣੇ 'ਤੇ ਨਹੀਂ ਆ ਸਕਦਾ। ਗੁਰੂ ਸਾਹਿਬ ਜੀ ਸਮਝਾ ਰਿਹਾ ਆਪਾਂ ਨੂੰ। ਪ੍ਰੇਮ ਪਰਾਇਣ ਪ੍ਰੀਤਮ ਰਾਓ। ਪ੍ਰੀਤਮ ਪ੍ਰਭੂ ਵੀ ਪ੍ਰੇਮ ਦੇ ਅਧੀਨ ਹੈ। ਜਿਹੜਾ ਉਸ ਨਾਲ ਪ੍ਰੇਮ ਕਰਦਾ ਹੈ, ਨਦਰ ਕਰੇ ਤਾਂ ਬੂਝੈ ਨਾਉ। ਪ੍ਰਭੂ ਉਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ। ਮਾਇਆ ਮੋਹ ਸਰਬ ਜੰਜਾਲਾ। ਮਾਇਆ ਦਾ ਮੋਹ ਸਾਰੇ ਮਾਇਕ ਬੰਧਨਾਂ ਪੈਦਾ ਕਰਦਾ ਹੈ। ਮਨ ਮੁਖ ਕੁਚੀਲ ਕੁਛਿਤ ਬਿਕਰਾਲਾ। ਇਸ ਕਰਕੇ ਮਨ ਦੇ ਮਰੀਦ ਮਨੁੱਖ ਦਾ ਜੀਵਨ ਗੰਦਾ, ਭੈੜਾ ਤੇ ਡਰਾਉਣਾ ਬਣ ਜਾਂਦਾ ਹੈ। ਸਤਿਗੁਰ ਸੇਵੈ ਚੁਕੇ ਜੰਜਾਲਾ। ਜਿਹੜੇ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ। ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ ਤੇ ਸਦਾ ਹੀ ਆਤਮਿਕ ਆਨੰਦ ਆਪਣੇ ਅੰਦਰ ਮਾਣਦਾ ਹੈ। ਗੁਰਮੁਖ ਬੂਝੈ ਏਕ ਲਿਵ ਲਾਏ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਨਾਮ ਦੀ ਕਦਰ ਸਮਝਦਾ ਹੈ, ਇੱਕ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ। ਨਿਜ ਕਰ ਵਾਸੈ ਸਾਚ ਸਮਾਏ, ਆਪਣੇ ਸਵੈ ਸਰੂਪ ਵਿੱਚ ਟਿਕਿਆ ਰਹਿੰਦਾ ਹੈ, ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ। ਜੰਮਣ ਮਰਨਾ ਠਾਕ ਰਹਾਏ, ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ। ਪੂਰੇ ਗੁਰ ਤੇ ਇਹ ਮਤ ਪਾਏ, ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ। ਕਥਨੀ ਕਥੋ ਨਾ ਆਵੈ ਔਰ, ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਉਂਦਾ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 223 ਅੰਗ 'ਤੇ ਜਾ ਰਹੇ ਹਾਂ। ਇਸ 'ਤੇ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਉਸ ਪ੍ਰਭੂ ਤੋਂ ਬਿਨਾਂ ਸੁੱਖ ਦਾ ਹੋਰ ਕੋਈ ਟਿਕਾਣਾ ਨਹੀਂ ਹੈ। ਦੁੱਖ ਸੁੱਖ ਪਾਣੇ ਤਿਸੈ ਰਜਾਏ, ਜੀਵਾਂ ਨੂੰ ਦੁੱਖ ਤੇ ਸੁੱਖ ਉਸ ਪ੍ਰਭੂ ਦੀ ਰਜਾ ਵਿੱਚ ਹੀ, ਉਸ ਪ੍ਰਭੂ ਦੇ ਭਾਣੇ ਵਿੱਚ ਹੀ ਮਿਲਦਾ ਹੈ। ਨਾਨਕ ਨੀਚ ਕਹੈ ਲਿਵ ਲਾਏ, ਅਣਜਾਣ ਮਤ ਨਾਨਕ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਭੂ ਦੀ ਸਿਫਤ ਸਲਾਹ ਹੀ ਕਰਦਾ ਹੈ, ਇਸੇ ਵਿੱਚ ਹੀ ਸੁੱਖ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਦੂਜੀ ਮਾਇਆ ਜਗਤ ਚਿਤ ਵਾਸ, ਪਰਮਾਤਮਾ ਤੋਂ ਵਿੱਥ ਪਾਉਣ ਵਾਲੀ ਪਰਮਾਤਮਾ ਦੀ ਮਾਇਆ ਹੀ ਹੈ, ਜਿਸ ਨੇ ਜਗਤ ਦੇ ਜੀਵਾਂ ਦੇ ਮਨਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਕਾਮ ਕ੍ਰੋਧ ਹੰਕਾਰ ਵਿਨਾਸ਼, ਇਸ ਮਾਇਆ ਤੋਂ ਪੈਦਾ ਹੋਇਆ ਕਾਮ ਕ੍ਰੋਧ ਹੰਕਾਰ ਆਦਿਕ ਵਿਕਾਰ ਜੀਵਾਂ ਦੇ ਆਤਮਿਕ ਜੀਵਨ ਦਾ ਨਾਸ਼ ਕਰ ਦਿੰਦੇ ਹਨ। ਦੂਜਾ ਕੌਣ ਕਹਾ ਨਹੀਂ ਕੋਈ, ਕਿਤੇ ਵੀ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਤੋਂ ਵੱਖਰਾ ਵੱਖਰੀ ਹੋਂਦ ਵਾਲਾ ਮੈਂ ਕੋਈ ਵੀ ਦੱਸ ਨਹੀਂ ਸਕਦਾ। ਸਭ ਮੈਂ ਏਕ ਨਿਰੰਜਨ ਸੋਈ ਰਹਾਉ, ਸਾਰੇ ਜੀਵਾਂ ਵਿੱਚ ਇੱਕ ਉਹੀ ਪਰਮਾਤਮਾ ਵਸ ਰਿਹਾ ਹੈ, ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਰਹਾਉ ਰੁਕ ਜਾਣਾ, ਠਹਿਰ ਜਾਣਾ। ਦੂਜੀ ਦੁਰਮਤ ਆਖੇ ਦੋਏ, ਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ ਮਾਇਆ ਦੇ ਕਾਰਨ ਹੀ ਮਨੁੱਖ ਦੀ ਭੈੜੀ ਮਤ ਮਨੁੱਖ ਨੂੰ ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ। ਆਵੈ ਜਾਏ ਮਰ ਦੂਜਾ ਹੋਏ, ਇਸ ਦੁਰਮਤ ਦੇ ਅਸਰ ਹੇਠ ਜੀਵ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਇਸ ਤਰ੍ਹਾਂ ਆਤਮਿਕ ਮੋਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋਰ ਹੋ ਜਾਂਦਾ ਹੈ। ਵਿੱਥ ਤੇ ਹੋ ਜਾਂਦਾ ਹੈ, ਪਰਮਾਤਮਾ ਨਾਲ ਦੂਰੀ ਵੱਧ ਜਾਂਦੀ ਹੈ। ਵਿੱਥ ਤੇ ਹੋ ਜਾਣਾ, ਦੂਰੀ ਵੱਧ ਜਾਣਾ। ਤਰਨ ਗਗਨ ਨਹਿ ਦੇਖੋ ਦੋਏ, ਪਰ ਮੈਂ ਤਾਂ ਧਰਤੀ ਆਕਾਸ਼ ਵਿੱਚ ਕਿਤੇ ਵੀ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਹਸਤੀ ਨਹੀਂ ਵੇਖਦਾ। ਨਾਰੀ ਪੁਰਖ ਸਬਾਈ ਲੋਏ, ਇਸਤਰੀ ਪੁਰਖ ਵਿੱਚ ਸਾਰੀ ਹੀ ਸ੍ਰਿਸ਼ਟੀ ਵਿੱਚ ਪਰਮਾਤਮਾ ਨੂੰ ਹੀ ਵੇਖਦਾ ਹਾਂ। ਰਬ ਸੱਸ ਦੇਖੋ ਦੀਪਕ ਜਿਆਲਾ, ਮੈਂ ਸੂਰਜ ਚੰਦਰਮਾ ਇਹਨਾਂ ਸ੍ਰਿਸ਼ਟੀ ਦੇ ਦੀਵਿਆਂ ਦਾ ਚਾਨਣ ਤੱਕਦਾ ਹਾਂ। ਸਰਬ ਨਿਰੰਤਰ ਪ੍ਰੀਤਮ ਬਾਲਾ, ਸਾਰਿਆਂ ਦੇ ਅੰਦਰ ਇੱਕ ਰਸ ਮੈਨੂੰ ਸਦਾ ਜੀਵਾਨ ਪ੍ਰੀਤਮ ਪ੍ਰਭੂ ਹੀ ਦਿਸ ਰਿਹਾ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰੂ ਨੇ ਮਿਹਰ ਕਰਕੇ ਮੇਰਾ ਚਿੱਤ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ। ਸਤਿਗੁਰ ਮੋਕੋ ਏਕ ਬੁਝਾਇਆ, ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇੱਕ ਪਰਮਾਤਮਾ ਹੀ ਦਿਸ ਰਿਹਾ ਹੈ। ਏਕ ਨਿਰੰਜਨ ਗੁਰਮੁਖ ਜਾਤਾ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ
ਉਹ ਇਹ ਜਾਣ ਲੈਂਦਾ ਹੈ ਕਿ ਇੱਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ। ਦੂਜਾ ਮਾਰ ਸ਼ਬਦ ਪਛਾਤਾ, ਅਤੇ ਉਹ ਗੁਰੂ ਸ਼ਬਦ ਗੁਰ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਪਰਮਾਤਮਾ ਨਾਲੋਂ ਵਿਖੇਵਾ ਮੁਕਾ ਕੇ ਪਰਮਾਤਮਾ ਦੀ ਹੋਂਦ ਨੂੰ ਪਛਾਣ ਲੈਂਦਾ ਹੈ। ਏਕੋ ਹੁਕਮ ਵਰਤੇ ਸਭ ਲੋਈ, ਸਾਰੀ ਸ੍ਰਿਸ਼ਟੀ ਵਿੱਚ ਸਿਰਫ ਪਰਮਾਤਮਾ ਦਾ ਹੁਕਮ ਹੀ ਚੱਲ ਰਿਹਾ ਹੈ। ਏਕਸ ਤੇ ਸਭ ਉਤਪਤ ਹੋਈ, ਇੱਕ ਪਰਮਾਤਮਾ ਤੋਂ ਹੀ ਸਾਰੀ ਉਤਪਤੀ ਹੋਈ ਹੈ। ਰਾ ਦੋਵੈ ਖਸਮ ਏਕੋ ਜਾਨ, ਇੱਕ ਪ੍ਰਭੂ ਤੋਂ ਹੀ ਸਾਰੀ ਉਤਪਤੀ ਹੋਣ 'ਤੇ ਵੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿੱਚ ਦੋਵੇਂ ਰਸਤੇ ਚੱਲ ਪੈਂਦੇ ਹਨ, ਗੁਰਮੁਖਤਾ ਅਤੇ ਦੁਰਮਤ। ਪਰ ਸਭ ਵਿੱਚ ਇੱਕ ਪਰਮਾਤਮਾ ਨੂੰ ਹੀ ਵਰਤਦਾ ਜਾਣ। ਗੁਰਮੁਖਾਂ ਵਿੱਚ ਵੀ ਪਰਮਾਤਮਾ ਅਤੇ ਦੁਰਮਤ, ਜਿਨ੍ਹਾਂ 'ਚ ਮਨਮੁਖ ਨੇ, ਦੁਰਮਤ ਹੈ, ਉਹਨਾਂ 'ਚ ਵੀ ਪਰਮਾਤਮਾ ਹੈ। ਸਭ 'ਚ ਇੱਕ ਹੀ ਜਾਣ, ਉਹ ਮਾਲਕ ਇੱਕ ਹੀ ਸਮਝ ਦੋਨਾਂ ਵਿੱਚ। ਉਹ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਆਪਾਂ ਨੂੰ। ਗੁਰ ਕੈ ਸ਼ਬਦ ਹੁਕਮ ਪਛਾਣ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਾਰੇ ਜਗਤ ਵਿੱਚ ਪਰਮਾਤਮਾ ਦਾ ਹੀ ਹੁਕਮ ਚੱਲਦਾ ਪਛਾਣ। ਸਗਲ ਰੂਪ ਵਰਨ ਮਨ ਮਾਹੀ, ਜੋ ਸਾਰੇ ਰੂਪਾਂ ਵਿੱਚ, ਸਾਰੇ ਵਰਨਾਂ ਵਿੱਚ ਅਤੇ ਸਾਰੇ ਜੀਵਾਂ ਦੇ ਮਨਾਂ ਵਿੱਚ ਵਿਆਪਕ ਹੈ। ਕਹੋ ਨਾਨਕ ਏਕੋ ਸਾਲਾਹੀ, ਹੇ ਨਾਨਕ ਮੈਂ ਉਸ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦਾ ਹਾਂ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਅਧਿਆਤਮਤ ਕਰਮ ਕਰੇ ਤਾਂ ਸਾਚਾ, ਜਦੋਂ ਮਨੁੱਖ ਆਤਮਿਕ ਜੀਵਨ ਨੂੰ ਉੱਚਾ ਕਰਨ ਵਾਸਤੇ ਕਰਮ ਕਰਦਾ ਹੈ, ਤਦ ਹੀ ਸੱਚਾ ਜੋਗੀ ਹੈ। ਮੁਕਤ ਭੇਦ ਕਿਆ ਜਾਣੈ ਕਾਚਾ, ਜਿਸ ਦਾ ਮਨ ਵਿਕਾਰਾਂ ਦੇ ਟਾਕਰੇ 'ਤੇ ਕਮਜ਼ੋਰ ਹੈ, ਉਹ ਵਿਕਾਰਾਂ ਤੋਂ ਖਲਾਸੀ ਹਾਸਲ ਕਰਨ ਦੇ ਭੇਦ ਨੂੰ ਕੀ ਜਾਣ ਸਕਦਾ ਹੈ। ਰਹਾਓ, ਗੁਰੂ ਸਾਹਿਬ ਜੀ ਕੁਐਸਚਨ ਕਰ ਰਹੇ ਨੇ ਕਿ ਜਿੰਦਾ ਆਪਦਾ ਹੀ ਮਨ ਵਿਕਾਰਾਂ 'ਚ ਫਸਿਆ, ਉਹ ਕਿਸੇ ਨੂੰ ਵਿਕਾਰਾਂ ਤੋਂ ਖਲਾਸੀ ਦੇਣ ਬਾਰੇ ਕੀ ਜਾਣ ਸਕਦਾ ਹੈ, ਉਸ ਦੇ ਭੇਦ ਬਾਰੇ ਕੀ ਜਾਣ ਸਕਦਾ ਹੈ। ਐਸਾ ਜੋਗੀ ਜੁਗਤ ਵਿਚਾਰੈ, ਅਜਿਹਾ ਬੰਦਾ ਜੋਗੀ ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ ਜੁਗਤ ਸਮਝਦਾ ਹੈ। ਪੰਚ ਮਾਰ ਸਾਚ ਔਰ ਧਾਰੇ ਰਹਾਓ, ਉਹ ਜੀਵਨ ਜੁਗਤ ਇਹ ਹੈ ਕਿ ਕਾਮਦਿਕ ਪੰਜਾਂ ਵਿਕਾਰਾਂ ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਪੰਜ ਵੈਰੀ ਉਹ ਆਪਣੇ ਅੰਦਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਪੰਜਾਂ ਨੂੰ ਵੱਸ ਵਿੱਚ ਕਰਕੇ ਉਹ ਆਪਣੇ ਹਿਰਦੇ ਵਿੱਚ ਉਸ ਮਾਲਕ ਦੀ ਯਾਦ ਨੂੰ ਟਿਕਾਉਂਦਾ ਹੈ, ਉਸ ਦੇ ਸ਼ਬਦ ਨੂੰ ਟਿਕਾਉਂਦਾ ਹੈ, ਉਸ ਦੀ ਮੱਤ 'ਤੇ ਚੱਲਦਾ ਹੈ। ਰਹਾਓ, ਰੁਕ ਜਾਣਾ, ਠਹਿਰ ਜਾਣਾ। ਜਿਸ ਕੈ ਅੰਤਰ ਸਾਚ ਵਸਾਵੈ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ ਥਿਰ ਨਾਮ ਵਸਾਉਂਦਾ ਹੈ, ਜੋਗ ਜੁਗਤ ਕੀ ਕੀਮਤ ਪਾਵੈ, ਉਹ ਮਨੁੱਖ ਪ੍ਰਭੂ ਮਿਲਾਪ ਦੀ ਜੁਗਤ ਦੀ ਕਦਰ ਸਮਝਦਾ ਹੈ। ਰਬ ਸਸ ਏਕੋ ਗਿਰਹਿ ਉਦਿਆਨੈ, ਤਪ ਠੰਡ ਭਾਵ ਕਿਸੇ ਵੱਲੋਂ ਖੁਰਵਾ ਸਲੂਕ ਅਤੇ ਕਿਸੇ ਵੱਲੋਂ ਨਿੱਘਾ ਸਲੂਕ। ਘਰ ਜੰਗਲ ਭਾਵ ਘਰ ਵਿੱਚ ਰਹਿੰਦਿਆਂ ਨਿਰਮੋਹ ਰਵੱਈਆ, ਵਿੱਚ ਖੁੱਭਣਾ ਨਹੀਂ, ਨਿਰਮੋਹ ਰਹਿਣਾ। ਪਰਿਵਾਰ 'ਚ ਰਹਿੰਦਿਆਂ ਹੋਇਆਂ ਵੀ ਉਸ ਨੂੰ ਇੱਕ ਸਮਾਨ ਦਿਸਦੇ ਹਨ, ਭਾਵ ਉਸ ਨੂੰ ਦੁੱਖ ਸੁੱਖ ਸਾਰੇ ਇੱਕੋ ਸਮਾਨ ਦਿਖਦੇ ਹਨ। ਕਰਨੀ ਕੀਰਤ ਕਰਮ ਸਮਾਨੈ, ਪਰਮਾਤਮਾ ਦੀ ਸਿਫਤ ਸਲਾਹ ਰੂਪੀ ਕਰਨੀ ਉਸ ਦਾ ਸਮਾਨ ਸਧਾਰਨ ਕਰਮ ਹਨ, ਭਾਵ ਸੁੱਤੇ ਹੀ ਉਹ ਸਿਫਤ ਸਲਾਹ ਵਿੱਚ ਜੁੜਿਆ ਰਹਿੰਦਾ ਹੈ।
ਇੱਕ ਸ਼ਬਦ ਇੱਕ ਭਿਖਿਆ ਮੰਗੈ, ਦਰ ਦਰ ਤੋਂ ਰੋਟੀ ਮੰਗਣ ਦੇ ਥਾਂ ਉਹ ਜੋਗੀ ਗੁਰੂ ਦੇ ਦਰ ਤੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਖੈਰ ਮੰਗਦਾ ਹੈ। ਗਿਆਨ ਧਿਆਨ ਜੁਗਤ ਸੱਚ ਜਾਗੈ, ਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ। ਉਸ ਦੀ ਉੱਚੀ ਸੁਰਤ ਜਾਗ ਪੈਂਦੀ ਹੈ। ਉਸ ਦੇ ਅੰਦਰ ਸਿਮਰਨ ਰੂਪ ਜੁਗਤ ਜਾਗ ਪੈਂਦੀ ਹੈ। ਪੈ ਰਚ ਰਹੇ ਨਾ ਬਾਹਰ ਜਾਏ, ਉਹ ਜੋਗੀ ਸਦਾ ਪ੍ਰਭੂ ਦੇ ਡਰ ਅਦਬ ਵਿੱਚ ਲੀਨ ਰਹਿੰਦਾ ਹੈ। ਇਸ ਡਰ ਤੋਂ ਬਾਹਰ ਨਹੀਂ ਜਾਂਦਾ। ਕੀਮਤ ਕੌਣ ਰਹੇ ਲਿਵ ਲਾਏ, ਅਜਿਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ। ਦਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਜੀ। ਉਹ ਸਦਾ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ। ਆਪੇ ਮਿਲੈ ਪਰਮ ਚੁਕਾਏ, ਇਹ ਜੋਗ ਸਾਧਨਾ ਦੇ ਹੱਠ ਕੁਝ ਨਹੀਂ ਸਵਾਰ ਸਕਦੇ। ਪ੍ਰਭੂ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਉਂਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਏ, ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰਦਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਅਸਲ ਜੋਗੀ ਗੁਰੂ ਦੀ ਦੱਸੀ ਸੇਵਾ ਕਰਦਾ ਹੈ। ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ। ਹਉਮੈ ਮਾਰੈ ਕਰਨੀ ਸਾਰ, ਹਉਮੈ ਨੂੰ ਆਪਣੇ ਅੰਦਰੋਂ ਮਾਰਦਾ ਹੈ। ਇਹ ਹੈ ਉਸ ਜੋਗੀ ਦੀ ਸ੍ਰਿਸ਼ਟ ਕਰਨੀ। ਜਪ ਤਪ ਸੰਜਮ ਪਾਠ ਪੁਰਾਨ, ਉਸ ਜੋਗੀ ਦੇ ਜਪ ਤਪ ਸੰਜਮ ਤੇ ਪਾਠ ਪੁਰਾਣ ਆਦਿਕ ਧਰਮ ਪੁਸਤਕਾਂ ਇਹੀ ਹੈ। ਕਹੋ ਨਾਨਕ ਅਪਰੰਪਰ ਮਾਨ, ਹੇ ਨਾਨਕ ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਵਿੱਚ ਆਪਣੇ ਆਪ ਨੂੰ ਗੁਝਾਣਾ, ਆਪਣੇ ਆਪ ਨੂੰ ਲਾਉਣਾ। ਗੋੜੀ ਮਹੱਲਾ ਪਹਿਲਾ। ਗੋੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਹਨ। ਖਿਮਾ ਗਈ ਬਰਤ ਸੀਲ ਸੰਤੋਖੰਗ, ਉਹ ਜੋਗੀ ਗ੍ਰਸਥ ਵਿੱਚ ਰਹਿ ਕੇ ਹੀ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਬਣਾਉਂਦਾ ਹੈ। ਮਿੱਠੇ ਸੁਭਾਅ ਤੇ ਸੰਤੋਖ ਉਸ ਦਾ ਨਿਤ ਦਾ ਕਰਮ ਹਨ। ਰੋਗ ਨਾ ਵਿਆਪੈ ਨਾ ਜਮ ਦੋਖੰ, ਅਜਿਹੇ ਅਸਲ ਜੋਗੀ ਉੱਤੇ ਕਾਮਦਕ ਕੋਈ ਰੋਗ ਜ਼ੋਰ ਨਹੀਂ ਪਾ ਸਕਦਾ। ਉਸ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ। ਮੁਕਤ ਪਏ ਪ੍ਰਭ ਰੂਪ ਨਾ ਰੇਖੰ, ਅਜਿਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ ਰੇਖ ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ, ਜਿਸ ਦਾ ਕੋਈ ਰੂਪ ਰੇਖਾ ਕੋਈ ਚਿੰਨ੍ਹ ਨਹੀਂ ਹਨ, ਜਿਸ ਦਾ ਕੋਈ ਰੰਗ ਰੂਪ ਨਹੀਂ ਹੈ। ਉਸ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ। ਜੋਗੀ ਕੋ ਕੈਸਾ ਡਰ ਹੋਏ, ਅਸਲ ਜੋਗੀ ਉਹ ਮਾਇਆ ਦੇ ਸੁਰਮੇ ਕਾਮਦਕਾਂ ਦੇ ਹੱਲਿਆਂ ਵੱਲੋਂ ਕਿਸੇ ਤਰ੍ਹਾਂ ਕੋਈ ਡਰ ਨਹੀਂ ਹੁੰਦਾ। ਜਿਹੜੇ ਮਾਇਆ ਦੇ ਹੱਲੇ ਜਿਹੜੇ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ, ਇਹਨਾਂ ਹੱਲਿਆਂ ਤੋਂ ਉਹੀ ਸੂਰਮਾ ਹੈ ਜਿਹੜਾ ਇਸ ਨੂੰ ਵੱਸ 'ਚ ਕਰਦਾ ਹੈ। ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ, ਜਿਸ ਤੋਂ ਘਬਰਾ ਕੇ ਉਹ ਗ੍ਰਸਥ ਛੱਡ ਕੇ ਨੱਸ ਜਾਏ, ਉਸ ਨੂੰ ਇਸ ਗੱਲ ਦਾ ਕੋਈ ਡਰ ਨਹੀਂ। ਰੂਪ ਬਿਰਖ ਗਿਰਹਿ ਬਾਹਰ ਸੋਏ ਰਹਾਉ, ਉਸ ਨੂੰ ਰੁੱਖ ਬਿਰਖ ਵਿੱਚ, ਘਰ ਵਿੱਚ, ਬਾਹਰ ਜੰਗਲ ਵਿੱਚ ਆਦਿਕ ਉਸ ਨੂੰ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ। ਰਹਾਉ ਰੁਕ ਜਾਣਾ। ਨਿਰਭਉ ਜੋਗੀ ਨਿਰੰਜਨ ਧਿਆਵੈ, ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ, ਉਸ ਨੂੰ ਜਿਹੜਾ ਮਨੁੱਖ ਸਿਮਰਦਾ ਹੈ ਉਹ ਹੈ ਅਸਲ ਜੋਗੀ। ਉਹ ਵੀ ਮਾਇਆ ਦੇ ਹੱਲਿਆਂ ਤੋਂ ਡਰਦਾ ਨਹੀਂ। ਉਸ ਨੂੰ ਕਿਉਂਕਿ ਲੋੜ ਪਏ ਗ੍ਰਸਥ ਤੋਂ ਭੱਜਣ ਦੀ ਹੈ, ਭਾਵ ਉਹ ਭੱਜਦਾ ਨਹੀਂ। ਲੋੜ ਪਏ ਗ੍ਰਸਥ ਤੋਂ ਭੱਜਦਾ ਨਹੀਂ, ਉਹ ਜੋਗੀ ਹੈ ਅਸਲ ਜੋਗੀ। ਅਣ ਦਿਨ ਜਾਗੈ ਸੱਚ ਲਿਵ ਲਾਏ, ਉਹ ਤਾਂ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ।
ਕਿਉਂਕਿ ਉਹ ਸਦਾ ਥਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ। ਸੋ ਜੋਗੀ ਮੇਰਾ ਮਨ ਭਾਵੈ, ਮੇਰਾ ਮਨ ਮੇਰੇ ਮਨ ਵਿੱਚ ਉਹ ਜੋਗੀ ਪਿਆਰਾ ਲੱਗਦਾ ਹੈ। ਗੁਰੂ ਸਾਹਿਬ ਜੀ ਸਮਝਾ ਰਹੇ ਨੇ, ਉਹੀ ਹੈ ਅਸਲ ਜੋਗੀ। ਕਾਲ ਜਾਲ ਬ੍ਰਹਮ ਅਗਨੀ ਜਾਰੈ, ਉਹ ਜੋਗੀ ਆਪਣੇ ਅੰਦਰ ਪ੍ਰਗਟ ਹੋਏ ਬ੍ਰਹਮ ਤੇ ਤੇਜ ਦੀ ਅੱਗ ਨਾਲ ਮੌਤ ਦੇ ਡਰ ਨੂੰ, ਜਾਲ ਨੂੰ, ਜਿਸ ਦੇ ਸਹਿਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ, ਸਾੜ ਦਿੰਦਾ ਹੈ। ਜਰਾ ਮਰਨ ਗਤ ਗਰਭ ਨਿਵਾਰੈ, ਉਸ ਜੋਗੀ ਦਾ ਬੁਢਾਪੇ ਦਾ ਡਰ, ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ। ਉਹ ਜੋਗੀ ਆਪਣੇ ਅੰਦਰੋਂ ਹੰਕਾਰ ਦੂਰ ਕਰ ਲੈਂਦਾ ਹੈ। ਆਪ ਤਰੇ ਪਿਤਰੀ ਨਿਸਤਾਰੈ, ਉਹ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੇ ਪਿੱਤਰਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ। ਸਤਿਗੁਰੂ ਸੇਵੈ ਸੋ ਜੋਗੀ ਹੋਏ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਅਸਲ ਜੋਗੀ ਬਣਦਾ ਹੈ। ਗੁਰੂ ਦੀ ਮੱਤ 'ਤੇ ਚੱਲਦਾ ਹੈ, ਉਹੀ ਅਸਲ ਜੋਗੀ ਬਣਦਾ ਹੈ। ਪੈ ਰਚ ਰਹੇ ਸੋ ਨਿਰਭਉ ਹੋਏ, ਉਹ ਪਰਮਾਤਮਾ ਦੇ ਡਰ ਅਦਬ ਵਿੱਚ ਜੀਵਨ ਪੰਥ ਉੱਤੇ ਤੁਰਦਾ ਹੈ। ਉਹ ਕਾਮਦ ਵਿਕਾਰਾਂ ਦੇ ਹੱਲਿਆਂ ਤੋਂ ਨਿਡਰ ਰਹਿੰਦਾ ਹੈ, ਭਾਵ ਉਹਨਾਂ ਨੂੰ ਇਹਨਾਂ ਵੈਰੀਆਂ ਦਾ ਡਰ ਨਹੀਂ, ਭਾਵ ਜਿਹੜੇ ਆਪਣੇ ਅੰਦਰ 5 ਵਿਕਾਰ ਨੇ ਇਹਨਾਂ ਤੋਂ ਡਰ ਨਹੀਂ ਹੈ, ਉਹ ਸੁਚੇਤ ਰਹਿੰਦਾ ਹੈ। ਜੈਸਾ ਸੋਵੈ ਤੈਸੋ ਹੋਏ, ਕਿਉਂਕਿ ਇਹ ਇੱਕ ਅਸੂਲ ਦੀ ਗੱਲ ਹੈ ਕਿ ਮਨੁੱਖ ਜਿਹੋ ਜਿਹੇ ਦੀ ਸੇਵਾ ਭਗਤੀ ਕਰਦਾ ਹੈ ਉਹੋ ਜਿਹਾ ਹੀ ਆਪ ਬਣ ਜਾਂਦਾ ਹੈ। ਨਿਰਭਉ ਨਿਰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣ ਜਾਂਦਾ ਹੈ, ਭਾਵ ਜਿਸ ਦੀ ਸੇਵਾ ਕਰਦਾ ਉਹੋ ਜਿਹਾ ਹੀ ਬਣ ਜਾਂਦਾ। ਜੈਸਾ ਕਰੋ ਸੰਗ ਵੈਸਾ ਚੜ੍ਹੇ ਰੰਗ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 224 ਅੰਗ 'ਤੇ ਜਾ ਰਹੇ ਹਾਂ। ਇਸ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਨਰ ਨਹਿ ਕੇਵਲ ਨਿਰਭਉ ਨਾਉ, ਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ ਮਾਇਆ ਦੇ ਹੱਲਿਆਂ ਵੱਲੋਂ ਨਿਰਭਉ ਹੋ ਕੇ ਵਾਸਨਾ ਰਹਿਤ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਆ ਨਾਥ ਕਰੇ ਬਲ ਜਾਓ, ਉਹ ਨੇ ਖਸਮਿਆਂ ਨੂੰ ਖਸਮ ਵਾਲਾ ਬਣਾ ਦਿੰਦਾ ਹੈ, ਉਹ ਹੈ ਅਸਲ ਜੋਗੀ। ਅਤੇ ਅਜਿਹੇ ਜੋਗੀ ਤੋਂ ਮੈਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਪੁਨਰਪ ਜਨਮ ਨਾਹੀ ਗੁਣ ਗਾਓ, ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ। ਅੰਤਰ ਬਾਹਰ ਏਕੋ ਜਾਣੈ, ਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਇੱਕ ਪਰਮਾਤਮਾ ਨੂੰ ਵਿਆਪਕ ਜਾਣਦਾ ਹੈ। ਗੁਰ ਕੈ ਸ਼ਬਦੈ ਆਪ ਪਛਾਣੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ। ਸਾਚੇ ਸ਼ਬਦ ਦਰ ਨਿਸ਼ਾਨੈ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਉਹ ਜੋਗੀ ਪਰਮਾਤਮਾ ਦੇ ਦਰ 'ਤੇ ਸਿਫਤ ਸਲਾਹ ਦੀ ਰਾਹਦਾਰੀ ਲੈ ਜਾਂਦਾ ਹੈ। ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਵਿਕਾਰਾਂ ਵੱਲੋਂ ਮਰਦਾ ਹੈ, ਵਿਕਾਰਾਂ ਵੱਲੋਂ ਮਰਦਾ ਹੈ, ਭਾਵ ਜਿਹੜੇ ਆਪਣੇ ਅੰਦਰ ਵਿਕਾਰ ਨੇ ਇਹਨਾਂ ਵੱਲੋਂ ਉਹ ਸ਼ਬਦ ਦੇ ਰਾਹੀਂ ਮਰਦਾ ਹੈ, ਭਾਵ ਉਹਨਾਂ ਨੂੰ ਵੱਸ 'ਚ ਕਰਦਾ ਹੈ ਵਿਕਾਰਾਂ ਨੂੰ, ਉਹ ਹੈ ਅਸਲ ਜੋਗੀ। ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ। ਆਵੇ ਨਾ ਜਾਵੇ ਚੁੱਕੇ ਆਸਾ, ਉਸ ਦੀ ਆਸਾ ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹ ਭਟਕਣਾ ਵਿੱਚ ਨਹੀਂ ਪੈਂਦਾ। ਗੁਰ ਕੈ ਸ਼ਬਦ ਕਮਲ ਪ੍ਰਗਾਸਾ, ਗੁਰੂ ਦੇ ਸ਼ਬਦ ਵਿੱਚ ਜੁੜਿਆ ਉਸ ਦਾ ਹਿਰਦਾ ਕੋਮਲ ਸਦਾ ਖਿੜਿਆ ਰਹਿੰਦਾ ਹੈ। ਜੋ ਦਿਸੇ ਸੋ ਆਸ ਨਿਰਾਸਾ, ਜਗਤ ਵਿੱਚ ਜੋ ਵੀ ਦਿਸਦਾ ਹੈ ਉਹ ਠੰਡੀਆਂ ਹੋਈਆਂ ਆਸਾਂ, ਢੱਡੀਆਂ ਹੋਈਆਂ ਆਸਾਂ ਵਾਲਾ ਹੀ ਦਿਸਦਾ ਹੈ। ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੁੰਦੀਆਂ, ਭਾਵ ਅਧੂਰੀਆਂ ਆਸਾਂ ਵਾਲਾ ਹੀ ਜਗਤ ਦਿਸ ਰਿਹਾ ਹੈ, ਕਿਸੇ ਦੀਆਂ ਪੂਰੀਆਂ ਆਸਾਂ ਨਹੀਂ ਹੋਈਆਂ।
ਕਦੇ ਕਿਸੇ ਦੀਆਂ ਸਾਰੀਆਂ ਆਸਾਂ ਪੂਰੀਆਂ ਨਹੀਂ ਹੋਈਆਂ। ਕਾਮ ਕ੍ਰੋਧ ਬਿਖ ਭੂਖ ਪਿਆਸਾ, ਹਰੇਕ ਨੂੰ ਕਾਮ ਦਾ ਜ਼ਹਿਰ ਕ੍ਰੋਧ ਦਾ ਜ਼ਹਿਰ ਮਾਰਦਾ ਜਾ ਰਿਹਾ ਹੈ। ਹਰੇਕ ਨੂੰ ਮਾਇਆ ਦੀ ਭੁੱਖ ਮਾਇਆ ਦੀ ਤਰੇਲ ਲੱਗੀ ਹੋਈ ਹੈ। ਨਾਨਕ ਬਿਰਲੇ ਮਿਲੇ ਉਦਾਸਾ, ਹੇ ਨਾਨਕ ਜਗਤ ਵਿੱਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ, ਤੇ ਉਹੀ ਹਨ ਅਸਲ ਜੋਗੀ। ਗੌੜੀ ਮਹੱਲਾ ਪਹਿਲਾ। ਗੌੜੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ। ਐਸੋ ਦਾਸ ਮਿਲੇ ਸੁਖ ਹੋਈ। ਪਰਮਾਤਮਾ ਦਾ ਇਹੋ ਜਿਹਾ ਦਾਸ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ। ਦੁੱਖ ਵਿਸੈ ਪਾਵੇ ਸੱਚ ਸੋਈ। ਉਹ ਮਨੁੱਖ ਸਦਾ ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ। ਦੁੱਖ ਉਸ ਦੇ ਨੇੜੇ ਨਹੀਂ ਟੁਕਦਾ। ਦਰਸ਼ਨ ਦੇਖ ਪਈ ਮਤ ਪੂਰੀ। ਹਰੀ ਦੇ ਦਾਸ ਗੁਰੂ ਦਾ ਦਰਸ਼ਨ ਕਰਕੇ ਮਨੁੱਖ ਦੀ ਅਕਲ ਪੂਰੀ ਸੂਝ ਵਾਲੀ ਹੋ ਜਾਂਦੀ ਹੈ। 68 ਮੰਜਣ ਚਰਨਹੁ ਧੁਰੀ। ਰਹਾਉ ਗੁਰੂ ਦੇ ਚਰਨਾਂ ਦੀ ਧੂੜ ਦੀ 68 ਤੀਰਥਾਂ ਦਾ ਇਸ਼ਨਾਨ ਹੈ। ਰਹਾਉ ਰੁਕ ਜਾਣਾ। ਨੇਤਰ ਸੰਤੋਖੈ ਏਕ ਲਿਵ ਤਾਰਾ। ਗੁਰੂ ਦੀਆਂ ਅੱਖਾਂ ਪਰਾਇਆ ਰੂਪ ਤੱਕਣ ਵੱਲੋਂ ਰੱਜ ਜਾਂਦੀਆਂ ਹਨ। ਉਸ ਦੀ ਸੁਰਤ ਦੀ ਤਾਰ ਇੱਕ ਪਰਮਾਤਮਾ ਵਿੱਚ ਜੁੜੀ ਰਹਿੰਦੀ ਹੈ। ਜੀਵਾ ਸੂਚੀ ਹਰ ਰਸ ਰਸਾਰਾ। ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਵ ਪਵਿੱਤਰ ਹੋ ਜਾਂਦੀ ਹੈ। ਸੱਚ ਕਰਨੀ ਅਬ ਅੰਤਰ ਸੇਵਾ। ਪਰਮਾਤਮਾ ਦਾ ਅਜਿਹਾ ਦਾਸ ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ, ਪ੍ਰਭੂ ਦਾ ਸਿਮਰਨ ਉਸ ਦੀ ਨਿਤ ਦੀ ਕਰਨੀ ਬਣ ਜਾਂਦਾ ਹੈ। ਮਨ ਤ੍ਰਿਪਤਾਸਿਆ ਅਲਖ ਅਭੇਵਾ। ਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ ਭਗਤੀ ਕਰਕੇ ਉਸ ਦਾ ਮਨ ਮਾਇਆ ਵੱਲੋਂ ਤ੍ਰਿਪਤ ਹੋ ਜਾਂਦਾ ਹੈ। ਜੈ ਜੈ ਦੇਖੋ ਤੈ ਤੈ ਸਾਚਾ। ਉਸ ਗੁਰੂ ਦੇ ਦੀਦਾਰ ਦੀ ਬਰਕਤ ਨਾਲ ਮੈਂ ਜਿੱਧਰ ਤੱਕਦਾ ਹਾਂ ਉੱਧਰ ਮੈਨੂੰ ਸਦਾ ਥਿਰ ਪ੍ਰਭੂ ਦਿਸਦਾ ਹੈ। ਬਿਨ ਬੂਝੈ ਜਗਰਤ ਜਗ ਕਾਚਾ। ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ। ਗੁਰ ਸਮਝਾਵੈ ਸੋਝੀ ਹੋਈ। ਇਸ ਸਮਝ ਕੀ ਪਰਮਾਤਮਾ ਹਰ ਥਾਂ ਮੌਜੂਦ ਹੈ, ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ। ਗੁਰੂ ਦੀ ਨਦਰ ਹੋਵੇ, ਬਖਸ਼ਿਸ਼ ਹੋਵੇ, ਉਸ ਨੂੰ ਇਹ ਸੋਝੀ ਆਉਂਦੀ ਹੈ ਕਿ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ। ਗੁਰਮੁਖ ਵਿਰਲਾ ਬੂਝੈ ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ। ਕਰ ਕਿਰਪਾ ਰਾਖੋ ਰਖਵਾਲੈ। ਹੇ ਰੱਖਣਹਾਰ ਪ੍ਰਭੂ ਮਿਹਰ ਕਰ ਤੇ ਜੀਵਾਂ ਨੂੰ ਖਹਿ ਕੇ ਤੂੰ ਆਪ ਬਚਾ। ਭਾਵ ਜੀਵਾਂ 'ਤੇ ਮਿਹਰ ਕਰ ਤੇ ਉਸ ਨੂੰ ਆਪਣੇ ਨਾਲ ਆਪ ਹੀ ਜੋੜ। ਬਿਨ ਬੂਝੇ ਪਸ਼ੂ ਪਏ ਬੇਤਾਲੈ। ਗੁਰੂ ਦੇ ਗਿਆਨ ਪ੍ਰਾਪਤ ਕਰਨ ਤੋਂ ਬਿਨਾਂ ਜੀਵ ਪਸ਼ੂ ਸੁਭਾਅ ਬਣ ਰਹੇ ਹਨ, ਪੂਤਨੇ ਹੋ ਰਹੇ ਹਨ। ਗੁਰ ਕਹਿਆ ਵਰ ਨਹੀਂ ਦੂਜਾ। ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਹੈ। ਕਿਸ ਕਹੋ ਦੇਖ ਕਰੋ ਅਨ ਪੂਜਾ। ਦੱਸੋ ਮੈਂ ਕਿਸ ਨੂੰ ਉਸ ਵਰਗਾ ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ। ਕੁਐਸਚਨ ਕਰ ਰਿਹਾ ਗੁਰੂ ਸਾਹਿਬ। ਉਸ ਵਰਗਾ ਕੋਈ ਹੋਰ ਦੂਜਾ ਹੋਵੇ ਤਾਂ ਮੈਂ ਉਸ ਦੀ ਪੂਜਾ ਕਰਾਂ ਨਾ। ਦੱਸੋ ਕਿਹੜਾ ਉਸ ਵਰਗਾ ਹੈਗਾ ਮੈਂ ਉਸ ਦੀ ਪੂਜਾ ਕਰਾਂ। ਪ੍ਰਸ਼ਨ ਕਰ ਰਿਹਾ ਗੁਰੂ ਸਾਹਿਬ। ਸੰਤ ਹੇਤ ਪ੍ਰਭ ਤਿਰ ਭਵਨ ਧਾਰੈ। ਪਰਮਾਤਮਾ ਨੇ ਮਨੁੱਖਾਂ ਨੂੰ ਸੰਤ ਬਣਾਉਣ ਲਈ ਇਹ ਸ੍ਰਿਸ਼ਟੀ ਰਚੀ ਹੈ। ਆਤਮ ਚੀਨੇ ਸੋ ਤਤ ਵਿਚਾਰੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ।
ਸਾਚ ਹਿਰਦੇ ਸਚ ਪ੍ਰੇਮ ਨਿਵਾਸ। ਗੁਰੂ ਦਾ ਦੀਦਾਰ ਕਰਕੇ ਹੀ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ। ਪਰਮਾਤਮਾ ਦਾ ਪਿਆਰ ਹਿਰਦੇ ਵਿੱਚ ਟਿਕਦਾ ਹੈ। ਪਰਮਨਤ ਨਾਨਕ ਹਮ ਤਾਂ ਕੈ ਦਾਸ। ਪਰਮਾਤਮਾ ਬੇਨਤੀ ਕਰਦਾ ਹੈ, ਮੈਂ ਵੀ ਉਸ ਗੁਰੂ ਦਾ ਦਾਸ ਹਾਂ। ਗੌੜੀ ਮਹੱਲਾ ਪਹਿਲਾ। ਗੌੜੀ ਵਿੱਚ ਗੌੜੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਅੱਗੇ ਕੀ ਸਮਝਾ ਰਹੇ ਨੇ ਇਸ ਬਾਣੀ ਵਿੱਚ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਬ੍ਰਹਮਾ ਨੇ ਹੰਕਾਰ ਕੀਤਾ ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿੱਚੋਂ ਕਿਵੇਂ ਜੰਮ ਸਕਦਾ ਹਾਂ। ਬ੍ਰਹਮੇ ਨੇ ਹੰਕਾਰ ਕੀਤਾ ਸੀ ਕਿ ਮੈਂ ਕਮਲ ਦੀ ਨਾਭੀ 'ਚੋਂ ਕਿਵੇਂ ਜੰਮ ਸਕਦਾ ਹਾਂ। ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ। ਵੇਦ ਕੀ ਵਿਪਤ ਪੜੀ ਪਛੁਤਾਨਿਆ। ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਨੇ ਵੇਦਾਂ ਦੇ ਚੁਰਾਏ ਜਾਣ ਦੀ ਵਿਪਤਾ ਉਸ ਉੱਤੇ ਆ ਪਈ ਤਾਂ ਉਹ ਪਛਤਾਇਆ ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ। ਜਦੋਂ ਉਸ ਨੂੰ ਸਮਝ ਆਈ, ਜੈ ਪ੍ਰਭ ਸਿਮਰੈ ਤਹੀ ਮਨ ਮਾਨਿਆ। ਜਦੋਂ ਉਸ ਵਿਪਤਾ ਵੇਲੇ ਉਸ ਨੇ ਪਰਮਾਤਮਾ ਨੂੰ ਸਿਮਰਿਆ ਅਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ, ਤਦ ਉਸ ਨੂੰ ਯਕੀਨ ਆਇਆ ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ। ਐਸਾ ਗਰਭ ਬੁਰਾ ਸੰਸਾਰੈ। ਜਗਤ ਵਿੱਚ ਹੰਕਾਰ ਇੱਕ ਐਸਾ ਵਿਕਾਰ ਹੈ ਜੋ ਬਹੁਤ ਭੈੜਾ ਹੈ। ਵੱਡੇ ਵੱਡੇ ਅਖਵਾਨ ਵਾਲੇ ਵੀ ਜਦੋਂ ਹੰਕਾਰ ਦੇ ਢਹਿ ਚੜ੍ਹੇ ਤਾਂ ਬਹੁਤ ਖੁਆਰ ਹੋਏ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ ਰਹਾਉ। ਜਿਸ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦਾ ਹੰਕਾਰ ਦੂਰ ਕਰ ਦਿੰਦਾ ਹੈ। ਰਹਾਉ। ਬਲ ਰਾਜਾ ਮਾਇਆ ਹੰਕਾਰੀ। ਰਾਜੇ ਬਲ ਨੂੰ ਮਾਇਆ ਦਾ ਮਾਣ ਹੋ ਗਿਆ। ਜਗਨ ਕਰੇ ਬਹੁ ਭਾਰ ਅਫਾਰੀ। ਉਸ ਨੇ ਬੜੇ ਜਗ ਕੀਤੇ, ਹੰਕਾਰ ਨਾਲ ਬਹੁਤ ਆਫਰਿਆ। ਇੰਦਰ ਦਾ ਸਿੰਘਾਸਨ ਖੋਹਣ ਲਈ ਉਸ ਨੇ ਇਕੋਤਰ 100 ਜਗ ਕੀਤੇ ਅਤੇ ਅਖੀਰਲਾ ਜਗ ਨਿਰਵਿਘਨ ਸਿਰੇ ਚੜ੍ਹ ਜਾਂਦਾ ਹੈ ਤਾਂ ਇੰਦਰ ਦਾ ਰਾਜ ਖੋਹ ਲੈਂਦਾ ਹੈ। ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਵਿਸ਼ਨੂੰ ਬ੍ਰਹਮਾ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ। ਬਲ ਦੇ ਗੁਰੂ ਸ਼ੁਕਰ ਨੇ ਬਲ ਨੂੰ ਸਮਝਿਆ ਕਿ ਇਹ ਛਲ ਹੈ, ਇਸ ਵਿੱਚ ਨਾ ਫਸੀ। ਬਿਨ ਗੁਰ ਪੁੱਛੈ ਜਾਏ ਪਿਆਰੀ। ਪਰ ਮਾਇਆ ਦੇ ਮਾਣ ਵਿੱਚ ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾਂ ਉਸ ਨੇ ਬ੍ਰਹਮਾ ਰੂਪ ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਅਤੇ ਪਤਾਲ ਵਿੱਚ ਚਲਾ ਗਿਆ। ਹਰੀ ਚੰਦ ਦਾਨ ਕਰੇ ਜਸ ਲੇਵੈ। ਰਾਜਾ ਹਰੀ ਚੰਦ ਵੀ ਦਾਨ ਕਰਦਾ ਸੀ, ਦਾਨ ਦੀ ਸ਼ੋਭਾ ਵਿੱਚ ਹੀ ਮਸਤ ਰਿਹਾ। ਬਿਨ ਗੁਰ ਅੰਤ ਨਾ ਪਾਏ ਅਭੇਵੈ। ਗੁਰੂ ਤੋਂ ਬਿਨਾਂ ਉਹ ਵੀ ਇਹ ਨਾ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਉਸ ਦੀ ਸ੍ਰਿਸ਼ਟੀ ਵਿੱਚ ਬੇਅੰਤ ਦਾਨੀ ਹਨ। ਆਪ ਭੁਲਾਏ ਆਪੇ ਮਤ ਦੇਵੈ। ਪਰ ਜੀਵ ਦੇ ਕੀ ਵਸ ਹੈ। ਪ੍ਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਜੀ, ਪ੍ਰਸ਼ਨ ਕਰ ਰਹੇ ਨੇ ਕਿ ਜੀਵ ਦੇ ਵਸ ਕੁਛ ਵੀ ਨਹੀਂ ਹੈ। ਪਰਮਾਤਮਾ ਆਪ ਭੁਲਾਉਂਦਾ ਹੈ ਅਤੇ ਆਪ ਹੀ ਅਕਲ ਦਿੰਦਾ ਹੈ। ਦੁਰਮਤ ਹਰਨਾਖਸ ਦੁਰਾਚਾਰੀ। ਭੈੜੀ ਮੱਤ ਦੇ ਕਾਰਨ ਹਰਨਾਖਸ਼ ਦੁਰਾਚਾਰੀ ਹੋ ਗਿਆ, ਅਤਿਆਚਾਰ ਕਰਨ ਲੱਗ ਪਿਆ। ਪ੍ਰਭ ਨਰਾਇਣ ਗਰਭ ਪ੍ਰਹਾਰੀ। ਪਰ ਨਰਾਇਣ ਪ੍ਰਭੂ ਆਪ ਹੀ ਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ। ਪ੍ਰਹਲਾਦ ਉਧਾਰੈ ਕਿਰਪਾ ਤਾਰੀ। ਉਸ ਨੇ ਮਿਹਰ ਕੀਤੀ ਅਤੇ ਪ੍ਰਹਲਾਦ ਦੀ ਰੱਖਿਆ ਕੀਤੀ। ਹਰਨਾਖਸ਼ ਦਾ ਮਾਣ ਤੋੜਿਆ, ਹੰਕਾਰ ਤੋੜਿਆ।
ਭੂਲੋ ਰਾਵਣ ਮੁਗਧ ਅਚੇਤ, ਮੂਰਖ ਰਾਵਣ ਬੇਸਮਝੀ ਵਿੱਚ ਕੁਰਾਏ ਪੈ ਗਿਆ। ਲੂਟੀ ਲੰਕਾ ਸੀਸ ਸਮੇਤ, ਸਿੱਟਾ ਇਹ ਨਿਕਲਿਆ ਕਿ ਉਸ ਦੀ ਲੰਕਾ ਲੁੱਟੀ ਗਈ ਅਤੇ ਉਸ ਦਾ ਸਿਰ ਵੀ ਕੱਟਿਆ ਗਿਆ। ਗਰਭ ਗਿਆ ਬਿਨ ਸਤਿਗੁਰ ਹੇਤ, ਹੰਕਾਰ ਦੇ ਕਾਰਨ ਉਸ ਦੀ ਸ਼ਰਨ ਪੈਣ ਤੋਂ ਬਿਨਾਂ ਹੰਕਾਰ ਦੇ ਮਦ ਵਿੱਚ ਹੀ ਰਾਵਣ ਤਬਾਹ ਹੋਇਆ ਹੈ। ਸਹਿਬਾਸ ਸਹਿਬਾਹੋ ਮਦ ਕੀਟ ਮਹਿ ਖਾਸਾ, ਸਹਿਬਾਹੋ ਨੂੰ ਪਰਸ ਰਾਮ ਨੇ ਮਾਰਿਆ। ਮਦ ਤੇ ਕੈਟਭ ਨੂੰ ਵਿਸ਼ਨੂੰ ਨੇ ਮਾਰਿਆ। ਮਹਿ ਖਸਰ ਦੁਰਗਾ ਦੇ ਹੱਥੋਂ ਮਾਰਿਆ ਗਿਆ। ਭਾਵ ਜਿਹੜੇ ਰਾਖਸ਼ ਹੋਏ ਉਹ ਮਾਰੇ ਗਏ। ਉਸ ਦਾ ਨਾਲ ਹੀ ਇੱਕ ਮਾਰਨ ਵਾਲਾ ਵੀ ਪੈਦਾ ਹੋਇਆ। ਜੋ ਵੀ ਹੋਇਆ ਨਾ, ਜੇ ਕੋਈ ਹੰਕਾਰੀ ਹੋਇਆ ਤਾਂ ਉਹਦੇ ਹੰਕਾਰ ਨੂੰ ਮਾਰਨ ਵਾਲਾ ਵੀ ਪੈਦਾ ਨਾਲ ਲਗਮਾਈ ਉਸ ਮਾਲਕ ਨੇ ਪੈਦਾ ਕੀਤਾ ਹੈ। ਉਹਨਾਂ ਦੇ ਨਾਮ ਦੱਸੇ ਗਏ ਨੇ, ਕਿਹਨੂੰ ਕਿਹਨੂੰ ਮਾਰਿਆ ਗਿਆ, ਕਿਹਦੇ ਹੱਥੋਂ ਮਰਵਾਇਆ। ਮਹਿਖਾਸੁਰ ਨੂੰ ਦੁਰਗਾ ਦੇ ਹੱਥੋਂ ਮਰਵਾਇਆ। ਮਧੂ ਤੇ ਕਾਟਬ ਨੂੰ ਵਿਸ਼ਨੂੰ ਨੇ ਮਾਰ ਦਿੱਤਾ। ਅਤੇ ਇੱਕ ਸੈਸ ਬਾਹੂ ਹੈਗਾ ਸੀ, ਉਸ ਨੂੰ ਪਰਸ਼ੁਰਾਮ ਨੇ ਮਾਰਿਆ ਸੀ। ਹਰ ਨਾਖਸ਼ ਲੈ ਨਖੋ ਬਿਤਾਸਾ, ਹਰਨਾਕਸ਼ ਨੂੰ ਨਰਸਿੰਘ ਨੇ ਨੂੰਹਾਂ ਨਾਲ ਮਾਰ ਦਿੱਤਾ ਸੀ। ਦੈਂਤ ਸੰਘਾਰੈ ਬਿਨ ਭਗਤ ਅਭਿਆਸਾ, ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅਭਿਆਸ ਤੋਂ ਵਾਂਝੇ ਰਹਿਣ ਕਰਕੇ ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ ਮਾਰੇ ਗਏ। ਜਰਾਸੰਘ ਕਾਲਜਮ ਸੰਘਾਰੈ, ਜਰਾਸੰਘ ਤੇ ਕਾਲਜਮਨ ਕ੍ਰਿਸ਼ਨ ਜੀ ਹੱਥੋਂ ਮਾਰੇ ਗਏ। ਰਕਤ ਬੀਜ ਕਾਲ ਨੇਮ ਬਿਦਾਰੈ, ਰਕਤ ਬੀਜ ਦੁਰਗਾ ਦੇ ਹੱਥੋਂ ਮਾਰਿਆ। ਕਾਲ ਨੇਮ ਵਿਸ਼ਨੂੰ ਤੇ ਤਰਸ਼ੂਲ ਨਾਲ ਚੀਰਿਆ ਗਿਆ। ਇਹਨਾਂ ਹੰਕਾਰੀਆਂ ਨੂੰ ਇਹਨਾਂ ਦੇ ਹੰਕਾਰ ਨੇ ਹੀ ਲਿਆ ਹੈ। ਦੈਂਤ ਸਿੰਗਾਰ ਸੰਤ ਨਿਸਤਾਰੈ, ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ। ਆਪੇ ਸਤਿਗੁਰੂ ਸ਼ਬਦ ਵਿਚਾਰੈ, ਇਹ ਸਾਰੀ ਖੇਡ ਦਾ ਮਾਲਕ ਆਪ ਹੀ ਗੁਰੂ ਰੂਪ ਹੋ ਕੇ ਆਪਣੀ ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰਦਾ ਹੈ। ਭਾਵ ਇਹ ਸਭਨਾਂ ਨੂੰ ਮਾਰਨ ਵਾਲਾ ਉਹ ਆਪ ਹੀ ਸੀ, ਆਪ ਪੈਦਾ ਕਰਕੇ ਆਪ ਹੀ ਮਾਰੇ। ਇਹ ਸਭਨਾਂ ਵਿੱਚ ਉਹ ਆਪ ਹੀ ਵਰਤ ਰਿਹਾ ਹੈ। ਜੇ ਕਿਸੇ ਦਾ ਹੰਕਾਰ ਤੋੜਿਆ ਤਾਂ ਉਸਨੇ ਆਪ ਹੀ ਤੋੜਿਆ, ਅਤੇ ਆਪ ਹੀ ਉਸਨੇ ਕਿਰਾਏ ਪਾਏ, ਅਤੇ ਆਪ ਹੀ ਉਹ ਸਿੱਧੇ ਰਸਤੇ ਪਾਉਣ ਵਾਲਾ ਹੈ। ਬੰਦੇ ਦੇ ਵੱਸ ਕੁਛ ਵੀ ਨਹੀਂ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 224 ਅੰਗ ਦੀ ਵਿਚਾਰ ਪੂਰੀ ਹੋ ਗਈ ਹੈ, ਸੰਪੂਰਨ ਹੋ ਗਏ ਹੈ। 225 ਅੰਗ ਦੀ ਵਿਚਾਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਗੁਰੂ ਨਾਨਕ ਦੀ ਬਾਣੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਬਖਸ਼ੰਦ ਪਿਤਾ ਹਨ, ਬਖਸ਼ ਲੈਂਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵੀ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।